ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਲਾਸਟ ਵੀਡੀਓ ਵਿੱਚ ਆਪਾਂ ਮੀਨ ਯਾਨੀ ਮੱਧਮਾਨ ਟੌਪਿਕ ਬਾਰੇ ਪੜ੍ਹਿਆ ਸੀ ਅਤੇ ਮੈਂ ਦੱਸਿਆ ਸੀ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਮੋਡ ਅਤੇ ਮੀਡੀਅਨ ਬਾਰੇ ਪੜ੍ਹਾਂਗੇ। ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਵਾਲਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ। ਟੌਪਿਕ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਮੱਧਿਕਾ ਤੋਂ, ਔਰ ਇਹ ਟੌਪਿਕ ਕੰਪੀਟੀਸ਼ਨ ਐਗਜ਼ਾਮ ਦੇ ਪੁਆਇੰਟ ਆਫ ਵਿਊ ਕਾਫੀ ਇੰਪੋਰਟੈਂਟ ਹੈ। ਇਹਦੇ ਵਿੱਚੋਂ ਇੱਕ ਪ੍ਰਸ਼ਨ ਹੈ ਜਿਹੜਾ ਆਪਾਂ ਨੂੰ ਜ਼ਰੂਰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਤਾਂ ਮੀਡੀਅਨ ਕੀ ਹੈ, ਸਾਡੇ ਕੋਲੇ ਕਿਸੇ ਵੀ ਸੀਰੀਜ਼ ਦੀ ਉਹ ਵਾਲੀ ਵੈਲਿਊ ਹੈ ਜੋ ਕੀ ਹੈ ਸਾਰੀ ਸੀਰੀਜ਼ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ, ਔਰ ਬਰਾਬਰ ਭਾਗਾਂ ਦੇ ਵਿੱਚ ਇੱਕ ਪਾਸੇ ਸਾਰੀਆਂ ਰਕਮਾਂ ਮੀਡੀਅਨ ਤੋਂ ਛੋਟੀਆਂ ਹੁੰਦੀਆਂ ਤੇ ਦੂਜੇ ਪਾਸੇ ਸਾਰੀਆਂ ਰਕਮਾਂ ਮੀਡੀਅਨ ਤੋਂ ਵੱਡੀਆਂ ਹੁੰਦੀਆਂ। ਤਾਂ ਸਭ ਤੋਂ ਪਹਿਲਾਂ ਆਪਾਂ ਮੀਡੀਅਨ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਕਿਵੇਂ ਪਤਾ ਕਰਦੇ ਹਾਂ ਉਹਦੀ ਗੱਲ ਕਰਦੇ ਹਾਂ। ਮੰਨ ਲਓ ਸਾਨੂੰ ਜੋ ਸੀਰੀਜ਼ ਦਿੱਤੀ ਹੋਈ ਹੈ ਉਹਦੇ ਵਿੱਚ ਸਾਡੇ ਕੋਲੇ ਦੋ ਪ੍ਰਕਾਰ ਦੇ ਕੇਸ ਬਣ ਸਕਦੇ ਆ। ਇੱਕ ਤਾਂ ਹੈਗਾ ਕਿ ਜਿੰਨੀਆਂ ਰਕਮਾਂ ਦਿੱਤੀਆਂ ਹੋਈਆਂ ਉਹਨਾਂ ਦੀ ਗਿਣਤੀ ਹੋਵੇ ਈਵਨ, ਜਿਹਨੂੰ ਅਸੀਂ ਜਿਸਤ ਕਹਿ ਦਿੰਦੇ ਹਾਂ। ਦੂਸਰਾ ਕੇਸ ਬਣਦਾ ਹੈ ਵੀ ਜੋ ਰਕਮਾਂ ਹੈਗੀਆਂ ਉਹਨਾਂ ਦੀ ਗਿਣਤੀ ਹੋਵੇ ਓਡ, ਜਿਹਨੂੰ ਅਸੀਂ ਟਾਂਕ ਕਹਿ ਦਿੰਦੇ ਹਾਂ। ਜੇਕਰ ਸਾਡੇ ਕੋਲੇ ਜਿਸਤ ਦੇ ਵਿੱਚ ਸੰਖਿਆਵਾਂ ਹੈਗੀਆਂ ਤਾਂ ਉਦੋਂ ਅਸੀਂ ਅਲੱਗ ਤਰੀਕੇ ਨਾਲ ਮੀਡੀਅਨ ਪਤਾ ਕਰਾਂਗੇ। ਜੇਕਰ ਸਾਡੇ ਕੋਲੇ ਸੰਖਿਆਵਾਂ ਟਾਂਕ ਹੈਗੀਆਂ ਤਾਂ ਅਸੀਂ ਜਿਹੜਾ ਉਹਨਾਂ ਦਾ ਮੀਡੀਅਨ ਹੈਗਾ ਉਹ ਅਲੱਗ ਤਰੀਕੇ ਨਾਲ ਪਤਾ ਕਰਾਂਗੇ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਜਦੋਂ ਸਾਨੂੰ ਸੰਖਿਆਵਾਂ ਦੀ ਗਿਣਤੀ ਔਡ ਨੰਬਰ ਯਾਨੀ ਟਾਂਕ ਦਿੱਤੀ ਹੋਵੇ। ਜਿਵੇਂ ਸਾਡੇ ਕੋਲੇ ਆਹ ਇੱਕ ਸੀਰੀਜ਼ ਦਿੱਤੀ ਹੋਈ ਹੈ, ਅਸੀਂ ਇਹਦਾ ਮੀਡੀਅਨ ਕਿਵੇਂ ਲੱਭਾਂਗੇ? ਸਭ ਤੋਂ ਪਹਿਲਾਂ ਅਸੀਂ ਇਸ ਸੀਰੀਜ਼ ਨੂੰ ਵੱਧਦੇ ਹੋਏ ਕ੍ਰਮ ਜਾਂ ਘਟਦੇ ਹੋਏ ਕ੍ਰਮ ਦੇ ਵਿੱਚ ਲਿਖਾਂਗੇ। ਮੰਨ ਲਓ ਮੈਂ ਇਹਨੂੰ ਵੱਧਦੇ ਕ੍ਰਮ ਵਿੱਚ ਲਿਖਦਾ ਤਾਂ ਇਹ ਹੋ ਜਾਊਗਾ 1 2 3 3 4। ਅਗਰ ਕੋਈ ਵੀ ਰਕਮ ਇੱਕ ਤੋਂ ਜ਼ਿਆਦਾ ਵਾਰ ਹੈ ਤਾਂ ਉਹਨੂੰ ਆਪਾਂ ਇਸ ਤਰ੍ਹਾਂ ਲਿਖਾਂਗੇ। ਉਸ ਤੋਂ ਬਾਅਦ ਮੀਡੀਅਨ ਦਾ ਸਾਡੇ ਕੋਲੇ ਫਾਰਮੂਲਾ ਹੁੰਦਾ ਹੈ ਸਾਈਜ਼ ਆਫ n + 1/2 ਅਥ ਆਈਟਮ। ਹੁਣ n ਦਾ ਮਤਲਬ ਹੈ ਰਕਮਾਂ ਦੀ ਗਿਣਤੀ, ਤਾਂ ਇੱਥੇ ਰਕਮਾਂ ਦੀ ਗਿਣਤੀ ਹੈਗੀ ਹੈ ਸਾਡੇ ਕੋਲੇ 5, ਤਾਂ ਅਸੀਂ ਲਿਖਾਂਗੇ ਸਾਈਜ਼ ਆਫ 5 + 1/2 ਆਈਟਮ। ਤਾਂ ਇਹ ਸਾਡੇ ਕੋਲੇ ਹੋ ਜਾਊਗਾ 5 'ਚ 1 ਜੋੜ ਕੇ 6, 6/2 ਹੋ ਜਾਊਗਾ 3। ਤਾਂ ਸਾਈਜ਼ ਆਫ 3rd ਆਈਟਮ। ਤਾਂ ਤੀਸਰੇ ਨੰਬਰ ਦੇ ਉੱਪਰ ਅਸੀਂ ਇਹਦੇ ਵਿੱਚ ਹੁਣ ਰਕਮ ਦੇਖਣੀ ਹੈ, ਚਾਹੇ ਅਗਲੇ ਪਾਸੇ ਤੋਂ ਗਿਣਤੀ ਕਰ ਲਓ ਚਾਹੇ ਪਿਛਲੇ ਪਾਸੇ ਤੋਂ। 1 2 3, ਤਾਂ ਸਾਡੇ ਕੋਲੇ ਤੀਸਰੇ ਨੰਬਰ ਤੇ 3 ਹੈ, ਇਸ ਕਰਕੇ ਸਾਡਾ ਇਸ ਸੀਰੀਜ਼ ਦਾ ਮੀਡੀਅਨ ਕਿੰਨਾ ਆ ਜਾਊਗਾ? 3। ਇਹ ਸਾਡੇ ਕੋਲੇ ਇੱਕ ਹੋਰ ਸਟੇਟਮੈਂਟ ਹੈ। ਸਾਨੂੰ ਇੱਕ ਸੀਰੀਜ਼ ਦਿੱਤੀ ਹੋਈ ਹੈ ਔਰ ਅਸੀਂ ਦੱਸਣਾ ਵੀ ਇਹਦੀ ਮੱਧਿਕਾ ਜਿਹੜੀ ਉਹ ਕਿੰਨੀ ਹੋਊਗੀ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਜੋ ਇਹ ਸਾਨੂੰ ਸੀਰੀਜ਼ ਦਿੱਤੀ ਹੋਈ ਹੈ ਉਹਨੂੰ ਅਸੀਂ ਵੱਧਦੇ ਹੋਏ ਕ੍ਰਮ ਵਿੱਚ ਲਿਖ ਲਾਂਗੇ। ਤਾਂ ਪਹਿਲਾਂ ਆਪਾਂ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਦਿੱਤੀਆਂ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਵਰਡਿੰਗ ਲਿਖਾਂਗੇ ਕਿ ਜੋ ਸਾਨੂੰ ਇਹ ਡਾਟਾ ਦਿੱਤਾ ਹੋਇਆ ਉਹਨੂੰ ਅਸੀਂ ਵੱਧਦੇ ਹੋਏ ਕ੍ਰਮ ਦੇ ਵਿੱਚ ਲਿਖਾਂਗੇ। ਤਾਂ ਜਦੋਂ ਆਪਾਂ ਇਹਨੂੰ ਵੱਧਦੇ ਹੋਏ ਕ੍ਰਮ ਦੇ ਵਿੱਚ ਲਿਖਾਂਗੇ ਤਾਂ ਇਹ ਸਾਡੇ ਕੋਲੇ ਹੋ ਜਾਊਗਾ 1 2 3 4 7 8 9 10 11। ਤਾਂ ਹੁਣ ਅਸੀਂ ਇਹਨਾਂ ਰਕਮਾਂ ਦੀ ਗਿਣਤੀ ਕਰਦੇ ਹਾਂ ਵੀ ਕਿੰਨੀ ਹੈ। 1 2 3 4 5 6 7 8 9, ਯਾਨੀ ਇਹ ਔਡ ਨੰਬਰ ਹੈ, ਟਾਂਕ ਸੰਖਿਆਵਾਂ। ਤਾਂ ਹੁਣੇ ਆਪਾਂ ਟਾਂਕ ਸੰਖਿਆਵਾਂ ਦੇ ਲਈ ਫਾਰਮੂਲਾ ਲਿਖਿਆ ਸੀ ਮੀਡੀਅਨ ਬਰਾਬਰ ਯਾਨੀ ਮੱਧਿਕਾ ਸਾਈਜ਼ ਆਫ
n प्लस 1/2, n मतलब जिन्नियां ये रकम है 9 प्लस 1/2 अथ आइटम। तो यह साढ़े को हो जाऊगा 9 च 1 जोड़ के 10, 10/2 5। तो यह रह जाऊगा साइज ऑफ 5th आइटम। तो हुण असीं 5वें नंबर के उपर रकम देखनी है किहड़ी है 1 2 3 4 5। तो यदा मतलब जो ये सानू सीरीज़ दिती हुई है यदी मध्यिका कितनी हैगी है 7, यानी साडा जो पहला ऑप्शन है वह बिल्कुल ठीक हो जाऊगा। यह साडे कोल एक होर स्टेटमेंट है। तो सब तो पहला असीं उही वर्डिंग लिखांगे, सब तो पहला असीं दित्तियां संख्यावां नूं वाधे क्रम विच लिखांगे। तो देखो जदों असीं इन्हां नूं वाधे क्रम विच लिखांगे तो यह साडे कोले की हो जाऊगा 2 2 3 4 4 5 6 8 9 10। हुण असीं इन्हां रकमां दी गिनती करांगे 1 2 3 4 5 6 7 8 9 10। तो यह हुण साडे कोले रकमां दी गिनती हैगी है जिस्त यानी ईवन। तो जिस्त दे लई साडे कोले मीडियन दा की फॉर्मूला है m बराबर यानी मीडियन साइज ऑफ n/2th आइटम प्लस साइज ऑफ n/2 प्लस 1th आइटम अपॉन 2। तो n साडे कोले रकमां दी गिनती हैगी है 10, तो असीं n की वैल्यू भरांगे 10। तो यह हो जाऊगा साइज ऑफ 10/2 यानी 5th आइटम प्लस साइज ऑफ 10/2 5 हो जू, 5 च 1 जोड़ांगे तो 6th आइटम अपॉन 2। तो हुण असीं देखना है इस सीरीज़ दे विच 5वें ते 6वें नंबर के उपर रकम किहड़ी है 1 2 3 4 5। 5वें नंबर ते हैगा 4, 6वें नंबर ते हैगा 5। तो असीं लिखांगे 4 प्लस 5/2। 4 च 5 जोड़ांगे तो यह हो जाऊगा 9/2। 9 नूं असीं 2 ते भाग करांगे तो यह आ जाऊगा साडे कोले 4.5। और 4.5 साडे कोले तिनों ऑप्शनां च है नहीं, तो यदा मतलब साडा आंसर की आ जाऊगा इन्हां विचों कोई नहीं, यानी डी ऑप्शन। इस टाइप का सम साडे कोलों पेपर दे विच ज़्यादातर पूछा जाता है। और जेकर असीं किसी कंपीटीशन एग्जाम दे विच पेपर दे रहे हैं तो असीं की करांगे जो यह थ्योरी हैगी आ वो नहीं लिखांगे, असीं डायरैक्टली उन्होंने पहला इनक्रीजिंग ऑर्डर दे विच लिख के फॉर्मूला लिखण की बजाय डायरैक्टली वैल्यू पुट करके असीं जिहड़ा आंसर हैगा वो बना सकते हैं। इस तरह असीं अपना टाइम है जिहड़ा वो बचा सकते हैं। नैक्सट स्टेटमेंट है जेकर 29 32 48 50 x प्लस 2 72 78 84 95 ਵਾਧੇ क्रम ਵਿੱਚ ਹੋਣ ਅਤੇ ਇਹਨਾਂ ਦੀ ਮੱਧਿਕਾ 63 ਹੋਵੇ ਤਾਂ x ਦਾ ਮੁੱਲ ਹੋਵੇਗਾ। यानी सानू ਇਹ जो सीरीज़ ਦਿੱਤੀ ਹੋਈ ਹੈ ਇਹ ਪਹਿਲਾਂ ਤੋਂ ਹੀ ਵਧੇ ਹੋਏ क्रम ਵਿੱਚ ਦਿੱਤੀ ਹੋਈ ਹੈ ਔਰ ਇਹਨਾਂ ਦੀ ਮੱਧਿਕਾ ਦਾ ਜੋ ਆਨਸਰ ਉਹ ਆਪਾਂ ਨੂੰ 63 यानी 63 ਦਿੱਤਾ ਹੋਇਆ ਔਰ ਆਪਾਂ x ਦੀ ਵੈਲਿਊ ਦੱਸਣੀ ਹੈ। ਤਾਂ ਪਹਿਲਾਂ ਅਸੀਂ ਰਕਮਾਂ ਦੀ ਗਿਣਤੀ ਕਰ ਲੈਂਦੇ ਹਾਂ 1 2 3 4 5 6 7 8 9 10। ਇਹਨੂੰ ਅਸੀਂ 2 ਨਹੀਂ ਗਿਣਨਾ ਕਿਉਂਕਿ ਇੱਥੇ ਕੌਮੇ ਤੋਂ ਬਾਅਦ ਉਰੇ ਕੌਮਾ यानी ਇਹ ਇੱਕੋ ਹੀ ਰਕਮ ਹੈ। ਇਹਦਾ ਮਤਲਬ ਇਹ ਸਾਡੇ ਕੋਲੇ ਟੋਟਲ 10 ਰਕਮਾਂ ਹੋ ਗਈਆਂ। ਤਾਂ 10 ਦੇ ਲਈ ਸਾਡੇ ਕੋਲੇ ਫਾਰਮੂਲਾ ਕੀ ਹੈ ਮੀਡੀਅਨ ਬਰਾਬਰ ਸਾਈਜ਼ ਆਫ n/2th ਆਈਟਮ
प्लस साइज ऑफ n/2 प्लस 1th आइटम और सारे दे बटे साडे कोले हैगा 2 n यानी 10 तो हो जाऊगा साडे कोले साइज ऑफ 10/2 आजू 5 5th आइटम और उरे हो जाऊगा साइज ऑफ 10/2 5 5 च 1 जोड़ के 6th आइटम और सारे दे बटा साडे कोले 2 है और इधर असी मध्यिका की वैल्यू भर देंगे 63 तो 2 की 63 नाल मल्टीप्लाई कर देंगे ये हो जाऊगा 126 पंजवें नंबर की रकम 1 2 3 4 5 पंजवें तो हैगा x छेवें तो हैगा x + 2 तो इत्थे असीं लिख देंगे x + 2 तो यह साडे कोले हो जाऊगा x जोड़ के 2x + 2 प्लस दे 2 नूं असीं इधर शिफ्ट करांगे तो यह साडे कोले हो जाऊगा 126 - 2 = 2x घटाओ करांगे तो आ जाऊगा 124 = 2x तो x की वैल्यू साडे कोले आ जाऊगी 124/2 यानी 62 यानी साडा जो पहला ऑप्शन है वो बिल्कुल ठीक हो जाऊगा। हुण तक असीं जो भी सवाल कीते वो सारे इंडिविजुअल सीरीज़ दे नाल रिलेटेड सी और इंडिविजुअल सीरीज़ का ही ज़्यादातर क्वेश्चन सानू एग्जाम दे विच पुछया जाता है। हुण आपां कंटीन्यू सीरीज़ दे विच मीडियन किवें पता करते हैं ਉਹਦੇ बारे पढ़ांगे। कंटीन्यू सीरीज़ का जो सम हैगा ਉਹ 10th क्लास के एग्जाम्स ਦੇ ਵਿੱਚ ਜਿਹੜਾ ज़्यादातर ਪੁੱਛਿਆ ਜਾਂਦਾ ਹੈ। ਤਾਂ ਇੱਕ ਪਾਸੇ ਸਾਨੂੰ ਅੰਕ ਦਿੱਤੇ ਹੋਏ ਹੈ ਦੂਸਰੇ ਪਾਸੇ ਸਾਨੂੰ ਫ੍ਰੀਕੁਐਂਸੀ ਦਿੱਤੀ ਹੋਈ ਹੈ। ਤਾਂ ਕੰਟੀਨਿਊ ਸੀਰੀਜ਼ ਦੇ ਵਿੱਚ ਅਸੀਂ ਮੀਡੀਅਨ ਲੱਭਣ ਦੇ ਲਈ ਸਭ ਤੋਂ ਪਹਿਲਾਂ ਕੀ ਕਰਾਂਗੇ ਸੰਚਵੀਂ ਬਾਰੰਬਾਰਤਾ ਜਿਹਨੂੰ ਅਸੀਂ ਕਮੂਲੇਟਿਵ ਫ੍ਰੀਕੁਐਂਸੀ ਕਹਿੰਦੇ ਆ ਉਹ ਲੱਭਾਂਗੇ। ਤਾਂ ਇੱਥੇ ਹੈਗਾ 1 ਤਾਂ ਅਸੀਂ ਉਰੇ 1 ਲਿਖ ਦੇਣਾ। ਫਿਰ ਅਸੀਂ ਜਿਵੇਂ ਹੀ ਅੱਗੇ ਜਾਵਾਂਗੇ ਤਾਂ ਐਫ ਦੀਆਂ ਦੋ ਰਕਮਾਂ ਦਾ ਪਲੱਸ ਕਰ ਦੇਣਾ 1 + 2 ਇਹ ਹੋ ਜਾਊਗਾ 3। ਫਿਰ ਜਿਵੇਂ ਹੀ ਅਸੀਂ ਅੱਗੇ ਜਾਵਾਂਗੇ ਤਾਂ ਅਸੀਂ ਇਹਨਾਂ ਤਿੰਨ ਰਕਮਾਂ ਦਾ ਪਲੱਸ ਕਰ ਦੇਣਾ। ਪਹਿਲਾਂ ਇਹਨਾਂ ਦਾ ਜੋੜ ਆਇਆ ਹੋਇਆ 3 3 'ਚ 1 ਜੋੜ ਕੇ 4 4 'ਚ 5 ਜੋੜ ਕੇ 9 9 'ਚ 6 ਜੋੜ ਕੇ 15 15 'ਚ 2 ਜੋੜ ਕੇ 17 और 17 'ਚ 3 ਜੋੜ ਕੇ 20। ਤਾਂ ਸਾਡਾ ਜੋ ਕਮੂਲੇਟਿਵ ਫ੍ਰੀਕੁਐਂਸੀ ਦੇ ਵਿੱਚ ਲਾਸਟ ਨੰਬਰ ਬਣਿਆ ਹੋਇਆ ਹੈ ਉਹਦਾ ਜਿਹੜਾ ਪਲੱਸ ਹੈ ਉਹ ਇਸ ਦੇ ਬਰਾਬਰ ਆਊਗਾ। ਅਗਰ ਮੰਨ ਲਓ ਸਾਡੀਆਂ ਇਹ ਦੋਨੋਂ ਰਕਮਾਂ ਦੇ ਵਿੱਚ ਫਰਕ ਰਹਿ ਜਾਂਦਾ ਮੰਨ ਲਓ ਇੱਥੇ ਜਿਵੇਂ 20 ਆ ਔਰ ਉਰੇ ਸਾਡਾ 18 ਬਣ ਗਿਆ ਜਾਂ 22 ਬਣ ਗਿਆ ਤਾਂ ਅਸੀਂ ਜਿਹੜਾ ਜੋੜ ਹੈਗਾ ਉਹ ਕਿਤੇ ਨਾ ਕਿਤੇ ਗਲਤ ਕਰ ਬੈਠੇ ਹਾਂ। ਪਹਿਲਾਂ ਅਸੀਂ ਉਸ ਜੋੜ ਨੂੰ ਠੀਕ ਕਰਾਂਗੇ यानी यह साड़ियाँ दोनों रकमां बिल्कुल सेम बननगियां। इस तो बाद असी की करना है असी लिखांगे n साडे कोले हैगा 20 फिर असी n/2 लभांगे यानी 20/2 यह आ जाऊगा साडे कोले 10। फिर यह जो 10 आया असी CF दे विच चैक करना है भी यह 10 कित्थे हैगा गा। तो देखो CF दे विच 9 तक रकम है और 9 तो बाद हैगा 15 यानी 10 है नहीं तो सानू पता भी 9 तक तो 10 आ नहीं सकता जिहड़ा 10 हैगा वो 9 तो बाद ही आऊगा। तो असी की करना है इस बाद वाली रकम के उपर बॉक्स कर देना। बॉक्स करन तो बाद असी लिखांगे मध्यिका वर्ग अंतराल तो साडे कोल यह क्लास इंटरवल कितना हैगा गा 40 तो 50। इंग्लिश असी लिख सकते हैं मीडियन लाइज इन 40 to 50। हुण जो यह साडा इंटरवल आया ਇਹਦੇ ਵਿੱਚ जो पहली वैल्यू हुंदी है ਇਹਨੂੰ ਅਸੀਂ बोलते हैं निमन सीमा और ਇਹਨੂੰ बोलते हैं ਅਸੀਂ उपरी सीमा या उपरली सीमा। ਤਾਂ ਜਿਹੜਾ ਸਾਡੇ ਕੋਲੇ ਨਿਮਨ ਸੀਮਾ ਹੈ ਅਸੀਂ ਇਹਦੀ ਗੱਲ ਕਰਾਂਗੇ ਇਹਨੂੰ ਤੁਸੀਂ L ਨਾਲ ਵੀ ਲਿਖ ਸਕਦੇ ਹੋ ਜਾਂ L1 ਨਾਲ ਵੀ ਲਿਖ ਸਕਦੇ ਹੋ। ਤਾਂ ਇਹ ਸਾਡੇ ਕੋਲੇ ਹੈਗਾ 40। ਫਿਰ ਇਸ ਬਾਕਸ ਦੇ ਵਿੱਚ F ਵਾਲੇ ਖਾਨੇ 'ਚ ਸਾਡੇ ਕੋਲੇ ਕਿੰਨਾ ਆਇਆ 6 ਤਾਂ ਅਸੀਂ ਲਿਖਾਂਗੇ F ਹੈਗਾ ਸਾਡਾ 6। ਫਿਰ ਅਸੀਂ ਲਿਖਾਂਗੇ CF ਔਰ CF ਹੁੰਦੀ ਹੈ ਸਾਡੇ ਕੋਲੇ ਇਸ ਬਾਕਸ ਤੋਂ ਉੱਪਰ ਵਾਲੀ ਰਕਮ ਯਾਨੀ 9। H ਦੀ ਜਗ੍ਹਾ ਤੇ ਅਸੀਂ I ਵੀ ਲਿਖ ਸਕਦੇ ਹਾਂ
ਇਹ ਹੁੰਦਾ ਸਾਡਾ ਕਲਾਸ ਇੰਟਰਵਲ ਦਾ ਡਿਫਰੈਂਸ ਕਿੰਨਾ ਔਰ ਇਹਨਾਂ ਦੋਨਾਂ ਦਾ ਡਿਫਰੈਂਸ ਸਾਡੇ ਕੋਲੇ ਹੈਗਾ 10। ਤਾਂ ਸਾਡੇ ਕੋਲੇ ਮੀਡੀਅਨ ਦਾ ਫਾਰਮੂਲਾ ਹੈ ਕੰਟੀਨਿਊਸ ਸੀਰੀਜ਼ ਦੇ ਲਈ L ਪਲਸ n ਬਟਾ 2 ਮਾਈਨਸ CF ਸਾਰੇ ਦੇ ਬਟਾ F ਗੁਣਾ H। ਹੁਣ ਅਸੀਂ ਇਸ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰਾਂਗੇ। L ਹੈਗਾ ਸਾਡੇ ਕੋਲੇ 40 ਪਲਸ n ਬਟਾ 2 ਦੀ ਵੈਲਿਊ ਆਈ ਹੋਈ ਹੈ ਸਾਡੇ ਕੋਲੇ 10, CF ਹੈਗਾ 9, F ਦੀ ਵੈਲਿਊ ਹੈਗੀ ਹੈ ਸਾਡੇ ਕੋਲੇ 6 ਗੁਣਾ H ਹੈਗਾ ਸਾਡੇ ਕੋਲੇ 10। ਤੇ ਹੋ ਜਾਊਗਾ 40 ਪਲਸ 10 ਦੇ ਵਿੱਚੋਂ 9 ਘਟਾਵਾਂਗੇ 1 ਦੀ 10 ਨਾਲ ਗੁਣਾ ਕਰਾਂਗੇ 10 ਬਟਾ 6 ਤੇ ਹੋ ਜਾਊਗਾ ਸਾਡੇ ਕੋਲੇ 40 ਪਲਸ 10 ਨੂੰ ਜਦੋਂ ਅਸੀਂ 6 ਤੇ ਭਾਗ ਕਰਾਂਗੇ ਤਾਂ ਸਾਡੇ ਕੋਲੇ ਲਗਭਗ ਜਿਹੜਾ ਆਨਸਰ ਉਹ ਆ ਜਾਊਗਾ 1.67 ਔਰ ਜਦੋਂ ਅਸੀਂ ਇਹਨਾਂ ਦਾ ਪਲੱਸ ਕਰਾਂਗੇ ਤਾਂ ਸਾਡਾ ਆਨਸਰ ਆ ਜਾਊਗਾ 41.67। ਇਸ ਤਰ੍ਹਾਂ ਅਸੀਂ ਕੰਟੀਨਿਊਸ ਸੀਰੀਜ਼ ਦੇ ਵਿੱਚ ਜਿਹੜਾ ਮੀਡੀਅਨ ਹੈਗਾ ਉਹ ਲੱਭ ਸਕਦੇ ਹਾਂ। ਕਈ ਵਾਰੀ ਨਾ ਸਾਨੂੰ ਜੋ ਸੀਰੀਜ਼ ਹੈ ਉਹ ਕੰਟੀਨਿਊਸ ਨਹੀਂ ਦਿੱਤੀ ਹੁੰਦੀ ਔਰ ਸਾਨੂੰ ਮੀਡੀਅਨ ਲੱਭਣ ਨੂੰ ਕਹਿ ਦਿੱਤਾ ਜਾਂਦਾ, ਤਾਂ ਅਸੀਂ ਕੀ ਹੈ ਪਹਿਲਾਂ ਉਸ ਸੀਰੀਜ਼ ਨੂੰ ਕੰਟੀਨਿਊਸ ਬਣਾਵਾਂਗੇ। 118 ਤੋਂ 126, 127 ਤੋਂ 135, 136 ਤੋਂ 144, 145 ਤੋਂ 153, 154 ਤੋਂ 162, 163 ਤੋਂ 171, 171 ਤੋਂ 180। ਤਾਂ ਅਸੀਂ ਜਿਹੜਾ ਲਾਸਟ ਸਮ ਕੀਤਾ ਸੀ ਉੱਥੇ ਸਾਡੇ ਕੋਲੇ ਅੰਕ ਜੋ ਸੀਗੇ 0 ਤੋਂ 10, 10 ਤੋਂ ਮਤਲਬ ਜਿੱਥੇ ਖਤਮ ਹੋਇਆ ਉੱਥੇ ਉਰੇ ਸੀਗਾ 10 ਤੋਂ 20, 20 ਤੇ ਖਤਮ ਹੋਇਆ, ਫਿਰ ਅੱਗੇ ਸੀਗਾ 20 ਤੋਂ 30। ਹੁਣ ਇੱਥੇ ਸਾਡੇ ਕੋਲੇ ਕੀ ਹੈ 126 ਤੇ ਖਤਮ ਹੋ ਰਿਹਾ ਔਰ 127 ਤੋਂ ਸ਼ੁਰੂ ਹੋ ਰਿਹਾ, 135 ਤੇ ਖਤਮ, 136 ਤੋਂ ਸ਼ੁਰੂ। ਤਾਂ ਇਹਨੂੰ ਪਹਿਲਾਂ ਅਸੀਂ ਕੰਟੀਨਿਊਸ ਬਣਾਵਾਂਗੇ। ਤਾਂ ਕੰਟੀਨਿਊਸ ਅਸੀਂ ਕਿਵੇਂ ਬਣਾਉਣਾ ਹੈ? ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਲੰਬਾਈ, ਇਹ ਸਾਨੂੰ ਦਿੱਤੀ ਹੋਈ ਹੈ mm ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਅਸੀਂ ਚੈੱਕ ਕਰਨਾ ਹੈ ਕਿ ਸਾਡੇ ਕੋਲੇ ਗੈਪ ਕਿੰਨੇ ਦਾ। ਦੇਖੋ 126 ਤੋਂ 127 ਇਹਨਾਂ ਵਿੱਚ ਜਿਹੜਾ ਗੈਪ ਆ ਉਹ 1 ਦਾ। ਜਿੰਨਾ ਵੀ ਇਹਨਾਂ ਦੇ ਵਿੱਚ ਗੈਪ ਹੋਊਗਾ ਉਹਨੂੰ ਅਸੀਂ 2 ਤੇ ਡਿਵਾਈਡ ਕਰ ਦੇਣਾ, ਯਾਨੀ 2 ਨਾਲ ਭਾਗ ਕਰ ਦੇਣਾ। ਜਦੋਂ ਅਸੀਂ 1 ਨੂੰ 2 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲੇ ਆ ਜਾਊਗਾ 0.5। ਤਾਂ 0.5 ਦਾ ਹੁਣ ਅਸੀਂ ਕੀ ਕਰਨਾ ਹੈ, ਜੋ ਇਹ ਪਹਿਲੀ ਰਕਮ ਹੈ ਇਹਦੇ 'ਚੋਂ 0.5 ਘਟਾ ਦੇਣਾ ਔਰ ਇਹਦੇ ਵਿੱਚ 0.5 ਜੋੜ ਦੇਣਾ। ਉਸੇ ਤਰ੍ਹਾਂ ਇਹਦੇ ਵਿੱਚ 0.5 ਘਟਾਵਾਂਗੇ, ਇਹਦੇ ਵਿੱਚ ਜੋੜਾਂਗੇ ਤਾਂ ਇਹ ਸਾਡੇ ਕੋਲੇ ਹੋ ਜਾਊਗਾ 117.5 ਤੋਂ 126.5। ਜਦੋਂ ਇਹਦੇ 'ਚੋਂ 0.5 ਘਟਾਵਾਂਗੇ ਤਾਂ ਇਹ ਹੋ ਜਾਊਗਾ 126.5 ਤੋਂ ਇਹਦੇ 'ਚ 0.5 ਜੋੜਾਂਗੇ 135.5। ਅੱਗੇ ਹੋ ਜਾਊਗਾ ਸਾਡੇ ਕੋਲੇ 135.5 ਤੋਂ 144.5। ਅੱਗੇ ਹੋ ਜਾਊਗਾ ਸਾਡੇ ਕੋਲੇ 144.5 ਤੋਂ 153.5। ਫਿਰ ਅੱਗੇ ਹੋ ਜਾਊਗਾ 153.5 ਤੋਂ 162.5। 162.5 ਤੋਂ ਇਹ ਹੋ ਜਾਊਗਾ ਸਾਡੇ ਕੋਲੇ 171.5। 171.5 ਤੋਂ ਹੋ ਜਾਊਗਾ 180.5। ਤਾਂ ਦੇਖੋ ਹੁਣ ਸਾਡੇ ਕੋਲੇ ਜਿੱਥੇ ਖਤਮ ਉੱਥੋਂ ਹੀ ਸ਼ੁਰੂ, ਜਿੱਥੇ ਖਤਮ ਉੱਥੋਂ ਹੀ ਸ਼ੁਰੂ, ਯਾਨੀ ਇਹਨੂੰ ਅਸੀਂ ਕੰਟੀਨਿਊਸ ਬਣਾ ਲਿਆ। ਫਿਰ ਸਾਡੇ ਕੋਲੇ ਜੋ ਫ੍ਰੀਕੁਐਂਸੀ ਹੈ ਉਹ ਕਿੰਨੀ ਦਿੱਤੀ ਹੋਈ ਹੈ, 3, 5, 9, 12, 5, 4, 2। ਇਹਨਾਂ ਦਾ ਪਲੱਸ ਸਾਡੇ ਕੋਲੇ ਹੋ ਜਾਊਗਾ 3 ਤੇ 5 8 ਤੇ 9 17 ਤੇ 12 29 ਤੇ 5 34, 4 38 ਤੇ 2 40। ਤਾਂ n ਸਾਡੇ ਕੋਲੇ ਹੈਗਾ 40। ਫਿਰ ਅਸੀਂ ਹੁਣ CF ਲੱਭਾਂਗੇ। ਤਾਂ CF ਦੇ ਲਈ ਕੀ ਕਰਾਂਗੇ, ਪਹਿਲਾਂ 3 ਲਿਖਾਂਗੇ, 3 'ਚ 5 ਜੋੜ ਕੇ 8, ਫਿਰ 8 ਦੇ ਵਿੱਚ 9 ਜੋੜਾਂਗੇ 17, 17 'ਚ 12 ਜੋੜਾਂਗੇ 29, 29 'ਚ 5 ਜੋੜਾਂਗੇ 34, 34 'ਚ 4 ਜੋੜਾਂਗੇ 38, 38 'ਚ 2 ਜੋੜਾਂਗੇ ਤਾਂ 40। ਤਾਂ ਦੇਖੋ ਇਹ ਸਾਡੀ ਵੈਲਿਊਜ਼ ਬਿਲਕੁਲ ਸੇਮ ਆਈ ਹੈ। ਇਹਦਾ ਮਤਲਬ ਸਾਡਾ ਜਿਹੜਾ ਜੋੜ ਹੈਗਾ ਉਹ ਬਿਲਕੁਲ ਠੀਕ ਹੈਗਾ। ਹੁਣ ਅਸੀਂ ਲਿਖਾਂਗੇ
n बरोबर जिन्ना हैगा साडे कोले 40। फिर असी n बटा 2 पता करांगे, यानी 40/2 ये आ जाऊगा साडे कोले 20। तो हुण असी 20 चैक करांगे CF दे विच कित्थे है, 17 तो बाद, यानी इहदे उपर असी इस तरह कर दांगे बॉक्स। फिर असी लिखांगे मध्यिका वर्ग अंतराल तो मध्यिका वर्ग अंतराल साडे कोल हैगा 144.5 तो 153.5। तो L साडे कोले हो जाऊगा 144.5, F साडे कोले बॉक्स दे विच हैगा 12 और CF साडे कोले बॉक्स तो उपर वाली रकम यानी 17 ते H साडे कोले हैगा इन्हां दोनां दी घटाओ 9। हुण असी फॉर्मूला लिखांगे, फॉर्मूले च वैल्यू भरांगे। तो फॉर्मूला है साडे कोल M बराबर L प्लस N/2 माइनस CF सारे दे बटा F गुणा H। तो L की वैल्यू हैगी है साडे कोले 144.5, N/2 हैगा साडे कोले 20, CF हैगा 17, F हैगा साडे कोले 12 और H साडे कोले हैगा 9। तो हो गया साडे कोले 144.5, 20 चों 17 घटावांगे 3, 3 दी 9 नाल गुणा 27/12, 144.5, 27 ਨੂੰ ਜਦੋਂ ਅਸੀਂ 12 ਤੇ ਭਾਗ ਕਰਾਂਗੇ ਤਾਂ ਇਹ ਸਾਡੇ ਕੋਲੇ ਹੋ ਜਾਊਗਾ 2.25। ਜਦੋਂ ਅਸੀਂ ਇਹਨਾਂ ਦਾ ਪਲੱਸ ਕਰਾਂਗੇ ਤਾਂ ਇਹ ਸਾਡੇ ਕੋਲੇ ਆ ਜਾਊਗਾ 146.75। ਤਾਂ ਇਸ ਤਰ੍ਹਾਂ ਅਸੀਂ ਜਦੋਂ ਸਾਨੂੰ ਸੀਰੀਜ਼ ਕੰਟੀਨਿਊਸ ਨਹੀਂ ਦਿੱਤੀ ਹੋਈ ਉਹਨੂੰ ਕੰਟੀਨਿਊਸ ਬਣਾ ਕੇ ਅਸੀਂ ਜਿਹੜਾ ਮੀਡੀਅਨ ਉਹ ਲੱਭ ਸਕਦੇ ਹਾਂ। ਹੁਣ ਆਪਾਂ ਮੋਡ ਦੀ ਗੱਲ ਕਰਦੇ ਹਾਂ। ਤਾਂ ਮੋਡ ਸਾਡੇ ਕੋਲੇ ਕੀ ਹੁੰਦਾ ਹੈ, ਕਿਸੇ ਵੀ ਸੀਰੀਜ਼ ਦੇ ਵਿੱਚ ਉਹ ਵਾਲੀ ਵੈਲਿਊ ਜਿਹੜੀ ਕੀ ਹੈ ਉਸ ਸੀਰੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਵਾਰ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਆ ਉਸ ਸੀਰੀਜ਼ ਦਾ ਮੋਡ ਯਾਨੀ ਬਹੁਲਕ। ਜਿਵੇਂ ਸਾਡੇ ਕੋਲੇ ਇੱਕ ਸਮ ਹੈ 3 4 5 2 3 1 3 5 7, ਤਾਂ ਅਸੀਂ ਇਹਦੇ ਵਿੱਚ ਚੈੱਕ ਕਰਦੇ ਹਾਂ ਵੀ ਕਿਹੜੀ ਰਕਮ ਸਭ ਤੋਂ ਜ਼ਿਆਦਾ ਵਾਰ ਹੈ। ਜਿਹੜੀ ਰਕਮ ਸਭ ਤੋਂ ਜ਼ਿਆਦਾ ਵਾਰ ਹੋਈ ਉਹੀ ਸਾਡਾ ਬਹੁਲਕ ਹੋਊਗਾ। ਤਾਂ ਆਪਾਂ ਸ਼ੁਰੂਆਤ 3 ਤੋਂ ਹੀ ਕਰ ਲੈਂਦੇ ਹਾਂ। ਤਾਂ 3 ਸਾਡੇ ਕੋਲੇ ਕਿੰਨੇ ਵਾਰ ਹੈ, 1 2 3 ਵਾਰ ਹੈ। ਫਿਰ ਅਸੀਂ 4 ਦੀ ਗੱਲ ਕਰਦੇ ਹਾਂ। 4 ਸਾਡੇ ਕੋਲੇ ਹੈਗਾ 1 1 ਵਾਰ, 5 1 2, ਫਿਰ ਸਾਡੇ ਕੋਲੇ 2 ਹੈਗਾ 1 ਵਾਰ ਹੀ ਹੈ। 3 ਅਸੀਂ ਲਿਖ ਚੁੱਕੇ ਹਾਂ, 1 ਸਾਡੇ ਕੋਲੇ 1 ਵਾਰ ਹੈ, 3 ਲਿਖਿਆ ਹੋਇਆ, 5 ਵੀ ਲਿਖਿਆ ਹੋਇਆ, 7 ਵੀ ਸਾਡੇ ਕੋਲੇ 1 ਵਾਰ ਹੈ। ਤਾਂ ਸਭ ਤੋਂ ਜ਼ਿਆਦਾ ਵਾਰ ਕਿਹੜੀ ਰਕਮ ਆ ਰਹੀ ਹੈ, ਜੋ ਇਹ 3 ਹੈ ਉਹ 3 ਵਾਰੀ ਆ ਰਿਹਾ। ਇਹਦਾ ਮਤਲਬ ਸਾਡਾ ਜਿਹੜਾ ਬਹੁਲਕ ਹੈ ਯਾਨੀ ਜੋ ਮੋਡ ਹੈ ਉਹ ਸਾਡਾ ਕਿੰਨਾ ਹੋ ਜਾਊਗਾ 3, ਔਰ ਇਹਨੂੰ ਅਸੀਂ Z ਦੇ ਨਾਲ ਡਿਨੋਟ ਕਰਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਜਿਹੜਾ ਮੋਡ ਹੈਗਾ ਉਹ ਪਤਾ ਕਰ ਸਕਦੇ ਹਾਂ। ਹੁਣ ਆਪਾਂ ਕੰਟੀਨਿਊ ਸੀਰੀਜ਼ ਦੇ ਵਿੱਚ ਮੋਡ ਕਿਵੇਂ ਲੱਭਣਾ ਉਹਦੀ ਗੱਲ ਕਰਦੇ ਹਾਂ। ਔਰ ਇਹ ਜੋ ਸਵਾਲ ਹੈ ਕੰਟੀਨਿਊ ਸੀਰੀਜ਼ ਦਾ, ਇਹ 10ਵੀਂ ਕਲਾਸ ਦੇ ਪੇਪਰ ਦੇ ਵਿੱਚ ਹੈ ਜਿਹੜਾ ਜ਼ਿਆਦਾਤਰ ਪੁੱਛਿਆ ਜਾਂਦਾ ਹੈ। ਤਾਂ ਸਟੇਟਮੈਂਟ ਹੈ ਸਾਡੇ ਕੋਲ, ਤਾਂ ਇਹ ਸਾਡੇ ਕੋਲੇ ਸਟੇਟਮੈਂਟ ਹੈ। ਔਰ ਅਸੀਂ ਮੋਡ ਲੱਭਣ ਦੇ ਲਈ ਕੀ ਕਰਨਾ ਹੈ, ਫ੍ਰੀਕੁਐਂਸੀ ਹੈ ਜੋ ਸਾਡੇ ਕੋਲੇ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਰਕਮ ਦੇਖ ਲੈਣੀ ਹੈ। ਤਾਂ ਵੱਡੀ ਰਕਮ ਹੈ ਸਾਡੇ ਕੋਲੇ 6, ਇਹਦੇ ਉੱਤੇ ਅਸੀਂ ਇਸ ਤਰ੍ਹਾਂ ਕਰ ਦੇਣਾ ਬਾਕਸ। ਫਿਰ ਅਸੀਂ ਲਿਖਾਂਗੇ ਮੋਡ ਕਲਾਸ ਇੰਟਰਵਲ ਇਜ਼ (40 to 50), ਯਾਨੀ ਸਾਡਾ ਜਿਹੜਾ ਬਹੁਲਕ ਵਰਗ ਅੰਤਰਾਲ ਹੈਗਾ ਉਹ ਹੈਗਾ 40 ਤੋਂ 50। ਤਾਂ L ਸਾਡੇ ਕੋਲੇ ਕਿੰਨਾ ਹੋ ਜਾਊਗਾ 40। ਹੁਣ ਦੇਖੋ ਜੋ ਇਹ ਬਾਕਸ ਦੇ ਵਿੱਚ ਰਕਮ ਆਈ ਹੈ ਇਹਨੂੰ ਅਸੀਂ ਮੰਨ ਲੈਣਾ F1। F1 ਦੇ ਉੱਪਰ ਵਾਲੀ ਰਕਮ ਨੂੰ F0 ਔਰ F1 ਦੇ ਨੀਚੇ ਵਾਲੀ ਨੂੰ F2। ਤਾਂ ਅਸੀਂ ਉਰੇ ਲਿਖ ਦਾਂਗੇ F0 ਸਾਡੇ ਕੋਲੇ ਹੈਗਾ 5, F1 ਸਾਡੇ ਕੋਲੇ ਹੈਗਾ 6 ਔਰ F2 ਸਾਡੇ ਕੋਲੇ ਹੈਗਾ 2। ਔਰ H ਸਾਡਾ ਕੀ ਹੋਊਗਾ,
ਇਹਨਾਂ ਦਾ ਡਿਫਰੈਂਸ ਉਹ ਹੈਗਾ ਸਾਡੇ ਕੋਲੇ 10। ਤਾਂ ਮੋਡ ਦਾ ਸਾਡੇ ਕੋਲੇ ਕੀ ਫਾਰਮੂਲਾ ਹੈ, L ਪਲੱਸ F1 ਮਾਈਨਸ F0 ਬਟਾ 2F1 ਮਾਈਨਸ F0 ਮਾਈਨਸ F2 ਮਲਟੀਪਲਾਈ H। ਹੁਣ ਅਸੀਂ ਇਸ ਫਾਰਮੂਲੇ ਵਿੱਚ ਵੈਲਿਊਜ਼ ਪੁੱਟ ਕਰਾਂਗੇ। L ਹੈਗਾ ਸਾਡਾ 40, F1 ਹੈਗਾ 6, F0 5 ਬਟਾ 2 ਗੁਣਾ F1 ਦੀ ਵੈਲਿਊ 6, F0 ਦੀ ਵੈਲਿਊ 5 ਤੇ ਇਹਨਾਂ ਦੀ ਵੈਲਿਊ ਭਰ ਕੇ H ਦੀ ਵੈਲਿਊ ਅਸੀਂ ਭਰਾਂਗੇ 10। 40 ਅਸੀਂ ਉਵੇਂ ਲਿਖਤਾ, 6 ਚੋਂ 5 ਘਟਾਵਾਂਗੇ 1 ਬਟਾ 2 ਦੀ 6 ਨਾਲ ਗੁਣਾ ਕਰਾਂਗੇ 12 ਮਾਈਨਸ ਮਾਈਨਸ ਪਲੱਸ ਹੋ ਕੇ 7 ਗੁਣਾ 10। 40 ਅਸੀਂ ਉਵੇਂ ਲਿਖ ਦਾਂਗੇ, 1 ਦੀ 10 ਨਾਲ ਗੁਣਾ ਕਰਾਂਗੇ 10, 12 ਚੋਂ 7 ਘਟਾਵਾਂਗੇ ਤਾਂ 5, 10 ਨੂੰ 5 ਤੇ ਭਾਗ ਕਰਾਂਗੇ ਤਾਂ ਇਹ ਹੋ ਜਾਊਗਾ ਸਾਡੇ ਕੋਲੇ 2, ਔਰ 40 ਦੇ ਵਿੱਚ 2 ਜੋੜਾਂਗੇ ਤਾਂ ਉਹ ਆ ਜਾਊਗਾ ਸਾਡਾ 42। ਇਸ ਤਰ੍ਹਾਂ ਅਸੀਂ ਕੰਟੀਨਿਊ ਸੀਰੀਜ਼ ਦੇ ਵਿੱਚ ਜਿਹੜਾ ਮੋਡ ਹੈਗਾ ਉਹ ਪਤਾ ਕਰ ਸਕਦੇ ਹਾਂ। ਹੁਣ ਆਪਾਂ ਮੀਨ, ਮੋਡ ਤੇ ਮੀਡੀਅਨ ਦੇ ਵਿੱਚ ਰਿਲੇਸ਼ਨ ਕੀ ਹੈ ਉਹਦੀ ਗੱਲ ਕਰਦੇ ਹਾਂ। ਤਾਂ ਦੇਖੋ ਅਸੀਂ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਆ ਉਹ ਕਿਵੇਂ ਯਾਦ ਰੱਖ ਸਕਦੇ ਹਾਂ। ਇਹਨਾਂ ਵਿੱਚੋਂ ਅਗਰ ਅਸੀਂ ਸਭ ਤੋਂ ਵੱਡੇ ਸਪੈਲਿੰਗ ਦੀ ਗੱਲ ਕਰੀਏ ਤਾਂ ਉਹ ਸਾਡੇ ਕੋਲ ਹੈਗਾ ਮੀਡੀਅਨ ਦੇ, ਯਾਨੀ 6 ਅੱਖਰ ਹੈ। ਤਾਂ ਵੱਡੀ ਰਕਮ ਨੂੰ ਅਸੀਂ ਇੱਕ ਪਾਸੇ ਲਿਖ ਲੈਣਾ ਔਰ ਉਹਦੇ ਨਾਲ ਲਗਾ ਦੇਣਾ 3, ਔਰ ਬਰਾਬਰ ਦੇ ਵਿੱਚ ਜਿਹੜੀਆਂ 2 ਰਹਿ ਗਈਆਂ ਇਹਨਾਂ ਦੇ ਵਿਚਕਾਰ ਅਸੀਂ ਲਗਾ ਦੇਣਾ ਪਲੱਸ, ਔਰ ਅਸੀਂ ਹੁਣ ਇਹਨਾਂ ਵਿੱਚੋਂ ਕਿਸੇ ਇੱਕ ਰਕਮ ਦੇ ਨਾਲ 2 ਲਗਾਉਣਾ ਹੈ। ਉਹ 2 ਕਿਹਦੇ ਨਾਲ ਲਗਾਉਣਾ ਹੈ ਉਹ ਅਸੀਂ ਕਿਵੇਂ ਯਾਦ ਰੱਖ ਸਕਦੇ ਹਾਂ। ਜਿਵੇਂ ਅੱਜ ਕੱਲ੍ਹ WhatsApp ਵਗੈਰਾ ਤੇ Facebook ਵਗੈਰਾ ਤੇ ਸਟੇਟਸ ਪਾਉਣ ਦਾ ਟ੍ਰੈਂਡ ਚੱਲ ਰਿਹਾ। ਜਦੋਂ ਕਿਸੇ ਦਾ ਬਰਥਡੇ ਹੁੰਦਾ ਤਾਂ ਉਹ ਪਹਿਲਾਂ ਹੀ ਪਾ ਦਿੰਦਾ ਕਿ ਹੈਪੀ ਬਰਥਡੇ ਟੂ ਮੀ। ਤਾਂ ਅਸੀਂ ਇਸ ਤਰ੍ਹਾਂ ਯਾਦ ਰੱਖਣਾ ਹੈ ਟੂ ਮੀ, ਯਾਨੀ ਜਿਹੜਾ ਮੀਨ ਹੈ ਉਹਦੇ ਨਾਲ ਅਸੀਂ 2 ਆ ਜਿਹੜਾ ਉਹ ਲਗਾ ਦੇਣਾ। ਇਸ ਤਰ੍ਹਾਂ ਅਸੀਂ ਇਸ ਰਿਲੇਸ਼ਨ ਨੂੰ ਜਿਹੜਾ ਯਾਦ ਰੱਖ ਸਕਦੇ ਹਾਂ। ਔਰ ਇਸ ਰਿਲੇਸ਼ਨ ਦਾ ਅਸੀਂ ਯੂਜ਼ ਕਦੋਂ ਕਰਨਾ ਹੈ, ਜਦੋਂ ਸਾਨੂੰ ਕੀ ਹੈ ਮੀਡੀਅਨ ਦਿੱਤਾ ਹੋਵੇ, ਮੋਡ ਦਿੱਤਾ ਹੋਵੇ ਔਰ ਸਾਨੂੰ ਮੀਨ ਲੱਭਣ ਨੂੰ ਕਹਿ ਦੇਣ, ਜਾਂ ਸਾਨੂੰ ਮੀਨ ਤੇ ਮੋਡ ਦਿੱਤਾ ਹੋਵੇ ਮੀਡੀਅਨ ਲੱਭਣ ਨੂੰ ਕਹਿ ਦੇਣ, ਜਾਂ ਸਾਨੂੰ ਮੀਡੀਅਨ ਤੇ ਮੀਨ ਦਿੱਤਾ ਹੋਵੇ ਮੋਡ ਲੱਭਣ ਨੂੰ ਕਹਿ ਦੇਣ। ਤਾਂ ਹੁਣ ਆਪਾਂ ਇਹਦੀ ਹੈਲਪ ਦੇ ਨਾਲ ਇੱਕ ਸਮ ਸੋਲਵ ਕਰਦੇ ਹਾਂ। ਤਾਂ ਸਟੇਟਮੈਂਟ ਹੈ ਸਾਡੇ ਕੋਲ, ਜੇਕਰ ਕਿਸੇ ਲੜੀ ਦਾ ਮੱਧਮਾਨ 8 ਤੇ ਮੱਧਿਕਾ 10 ਹੋਵੇ ਤਾਂ ਬਹੁਲਕ ਹੋਵੇਗਾ। ਯਾਨੀ ਸਾਨੂੰ ਮੀਨ ਦੀ ਵੈਲਿਊ ਦਿੱਤੀ ਹੋਈ ਹੈ, ਮੀਡੀਅਨ ਦੀ ਵੈਲਿਊ ਦਿੱਤੀ ਹੋਈ ਹੈ, ਮੋਡ ਅਸੀਂ ਦੱਸਣਾ ਕੀ ਹੋਊਗਾ। ਤਾਂ ਹੁਣੀ ਆਪਾਂ ਯਾਦ ਕੀਤਾ ਸੀਗਾ 3 ਮੀਡੀਅਨ ਬਰਾਬਰ ਮੋਡ ਪਲੱਸ 2 ਮੀ ਯਾਨੀ 2 ਮੀਨ। ਤਾਂ 3 ਅਸੀਂ ਉਵੇਂ ਲਿਖ ਲਿਆ, ਮੀਡੀਅਨ ਦੀ ਵੈਲਿਊ ਸਾਡੇ ਕੋਲ ਹੈਗੀ ਆ 10, ਮੋਡ ਅਸੀਂ ਉਵੇਂ ਲਿਖਤਾ 2 ਮਲਟੀਪਲਾਈ ਮੀਨ ਦੀ ਵੈਲਿਊ ਹੈਗੀ 8, ਤੇ ਹੋ ਜਾਊਗਾ 30 ਮੋਡ ਪਲੱਸ 2 8 16 ਪਲੱਸ ਦਾ 16 ਉੱਧਰ ਜਾ ਕੇ ਕੀ ਹੋ ਜਾਊਗਾ ਮਾਈਨਸ, ਇਹਦੇ ਵਿੱਚੋਂ ਜਦੋਂ ਅਸੀਂ 16 ਘਟਾਵਾਂਗੇ ਤਾਂ ਇਹ ਆ ਜਾਊਗਾ ਸਾਡੇ ਕੋਲੇ 14। ਯਾਨੀ ਸਾਡਾ ਜੋ ਪਹਿਲਾ ਆਪਸ਼ਨ ਹੈ ਉਹ ਬਿਲਕੁਲ ਠੀਕ ਹੋ ਜਾਊਗਾ। ਉਮੀਦ ਕਰਦਾ ਤੁਹਾਨੂੰ ਇਹ ਮੋਡ ਤੇ ਮੀਡੀਅਨ ਵਾਲੇ ਸਵਾਲ ਹੈ ਜੋ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟੇਕ ਕੇਅਰ।